अच्छा हुण ये थूम जिस टाइम तुसां बेचने इस टाइम मार्केट च गए हो, फर्ज करो फिर वधाई मंडी च गए हो, ते एक टोकरी विच ये G1 पिया तुसां ना, ते दूई टोकरी विच तुसां ना देसी थूम पिया। देसी थूम तुसां ना 200 रुपया किलो सी, ते ये जेड़ा थूम जेड़ा तुसां लाया करोड़ां रुपए कमाने ते आए सो, ये 6000 रुपया किलो सी। आम बंदा केड़ा किंसी मिगी ये दसो, 200 रुपया किलो ही किंसी ना। ਲਓ ਜੀ ਆ ਭਾਈ ਹੋਰੀ ਜਿਹੜੇ ਨੇ ਇਹ ਸਾਡੇ ਮੇਰਾ ਖਿਆਲ ਕੋਈ ਪਿੰਡੀ ਵਾਲ ਦੇ ਨੇ ਤੇ ਇਹਨਾਂ ਨੂੰ ਤੁਸੀਂ ਤੱਕ ਲਿਆ। ਇਹਨਾਂ ਦੀ ਅੱਜ ਅਸੀਂ ਗੱਤੀ ਕਰਨ ਲੱਗੇ ਆ, ਜਿਵੇਂ ਇੰਗਲਿਸ਼ ਚ ਆਂਦੇ ਨੇ ਰੋਸਟਰ। ਇਹਨਾਂ ਦੀ ਕੁੱਤੀ ਨਵਾਉਣ ਲੱਗੇ ਆ ਅੱਜ ਅਸੀਂ ਕਿ ਇਹਨਾਂ ਨੇ G1 ਦੇ ਬਾਰੇ ਜਿਹੜਾ ਨਾ ਬੜੀ ਅੱਛੀ ਮਾਲੂਮਾਤ ਦਿੱਤੀਆਂ ਨੇ। ਪਹਿਲਾਂ ਤੁਸੀਂ ਸੁਣ ਲਿਆ ਕਿ ਇੱਧਰ 6000 ਰੁਪਏ ਕਿਲੋ ਥੋਮ ਪਿਆ ਹੈ ਪੀਰ ਵਧਾਈ ਮੰਡੀ 'ਚ, ਔਰ ਇੱਧਰ 200 ਰੁਪਏ ਕਿਲੋ ਪਿਆ ਹੈ। ਤੁਸੀਂ ਕਿਹੜਾ ਗਿਣਸੋ? ਜ਼ਾਹਰੀ ਗੱਲ ਹੈ ਤੁਸੀਂ 200 ਵਾਲਾ ਗਿਣਸੋ। ਇਹ ਭਾਈ ਹੋਰਾਂ ਨੂੰ ਹੁਣ ਜਿਹੜਾ ਨਾ ਪੂਰੀ ਮਾਲੂਮਾਤ ਕੋਈ ਨਹੀਂ, ਇਹ ਅਕਲੋਂ ਵਿਚਾਰਾ ਪੈਦਲ ਹੈ, ਠੀਕ ਹੈ ਕਿ ਇਹ ਇੱਕ ਪਾਸੇ 200 ਰੁਪਏ ਕਿਲੋ ਕਹਿ ਰਿਹਾ ਔਰ ਇੱਕ ਪਾਸੇ 600 ਰੁਪਏ ਕਿਲੋ ਕਹਿ ਰਿਹਾ। ਇਹ ਭਾਈ ਨੂੰ ਮੇਰਾ ਜਵਾਬ ਹੈ ਕਿ ਪਿਆਰੇ ਭਾਈ ਇਹ G1 ਲਸਣ ਹੈ, NARC ਦਾ ਅਪਰੂਵਡ ਹੈ, ਇਹ 'ਚ ਕੋਈ ਮਾਫੀਆ ਨਹੀਂ, ਕੋਈ ਵੀ ਇਹ 'ਚ ਜਿਹੜਾ ਨਾ ਡਾਇਰੈਕਟਲੀ ਬਾਹਰੋਂ ਤਾਕਤ ਨਹੀਂ ਇਨਵਾਲਵ। ਇਹ ਲਸਣ ਜਦੋਂ ਦੂਜਾ 200 ਰੁਪਏ ਗਿਣ ਸੀ ਨਾ, ਉਦੋਂ ਇਹ ਵਾਲਾ ਲਸਣ G1 150 ਰੁਪਏ ਗਿਣ ਸੀ। ਇਹ 150 ਵਿਕੇਗਾ, ਦੂਜਾ 200 ਵਿਕੇਗਾ, ਇਹ ਦੂਜੇ ਨਾਲੋਂ ਸਸਤਾ ਵਿਕੇਗਾ। 6000 ਰੁਪਏ ਕਿਲੋ ਜਾਂ 10000 ਰੁਪਏ ਕਿਲੋ ਇਹਦਾ ਵਿਕਣ ਦਾ ਇੱਕੋ ਹੀ ਮਕਸਦ ਹੈ, ਉਹ ਇਹ ਵੇ ਕਿ ਇਹ ਲਸਣ ਹਲੇ ਬੀਜ ਵਾਸਤੇ ਇਸਤੇਮਾਲ ਹੋ ਰਿਹਾ। G1 ਲਸਣ ਸੀਡ ਵਾਸਤੇ ਇਸਤੇਮਾਲ ਹੋ ਰਿਹਾ ਔਰ ਇਹ ਬਹੁਤ ਥੋੜਾ, ਠੀਕ ਹੈ। ਇੰਨਾ ਥੋੜਾ ਹੈ ਕਿ ਅਗਰ ਇਹਨੂੰ ਖਾਣ ਲੱਗੀਏ ਜਾਂ ਪੀਰ ਵਧਾਈ ਮੰਡੀ ਦੇ ਵਿੱਚ 2 ਦਿਨ ਵਿਕੇ ਤੇ ਇਹ ਲਸਣ ਉਂਝ ਹੀ ਮੁੱਕ ਜਾਏਗਾ। ਇਹ 6000 ਰੁਪਏ ਕਿਲੋ ਮੇਰੇ ਭਰਾਵਾ ਖਾਣ ਵਾਸਤੇ ਨਹੀਂ ਇਸਤੇਮਾਲ ਹੋਣ ਵਾਲਾ। ਇਹ ਇਸਤੇਮਾਲ ਜਿਹੜਾ 200-250 ਰੁਪਏ ਕਿਲੋ ਹੀ ਵਿਕ ਸੀ, ਲੇਕਿਨ ਜਦੋਂ 200-250 ਰੁਪਏ ਕਿਲੋ ਵਿਕ ਸੀ, ਇਹ ਕਿੱਲਾ 400 ਮਣ ਪੈਦਾਵਾਰ ਦਿੰਦਾ। 300 ਮਣ ਕਰ ਲੈ, 200 ਮਣ ਕਰ ਲੈ, ਉਹਨੂੰ 300 ਦੇ ਨਾਲ ਜ਼ਰਬ ਦੇ ਲੈ, 150 ਮਣ ਕਰ ਲੈ, ਫਿਰ ਵੀ 18 ਤੋਂ 20 ਲੱਖ ਰੁਪਈਆ ਮੇਰਾ ਭਰਾਵਾ ਬਣੇਗਾ। ਆ ਵੀਡੀਓ ਐਂਡ ਤੱਕ ਵੇਖਿਓ ਭਾਈ ਉਹਨਾਂ ਦੀ ਜਿਹੜਾ ਨਾ ਅੱਜ ਗੱਤੀ ਕਰਨੀ ਹੈ ਤੇ ਇਹਨਾਂ ਨੂੰ ਦੱਸਣਾ ਹੈ ਕਿ ਕੱਲ ਇਹ ਵੀ ਅਗਰ ਵੀਡੀਓ ਵੇਖਣ ਤੇ ਧਿਆਨ ਨਾਲ ਸੁਣਨ, ਤੇ ਦੂਜੇ ਜਿਹੜੇ ਨੇ ਅਫਵਾਹਾਂ ਫੈਲਾਉਣ ਵਾਲੇ ਨੇ ਤੇ ਉਹਨਾਂ ਦੇ ਮਗਰ ਲੱਗਣ ਵਾਲੇ ਨੇ G1 ਲਾਉਣ ਵਾਲੇ ਵੀ, ਉਹ ਵੀ ਜ਼ਰਾ ਵੀਡੀਓ ਨੂੰ ਐਂਡ ਤੱਕ ਤੱਕਣ। उसने न्यूट्रिएंट्स बहुत घट है इस देसी थूमे को। असा सदियां हो गई देसी थूम खाने पे, साड़ी जबान उस जायके नाल चलनी पी। जिस टाइम तुसा इस जायके पर आसो, कम से कम तुसा की 810 साल चाहिए इस जायके की अपने अंदर डाइजेस्ट करने से। ਇਹ ਜਿਹੜਾ ਦੇਸੀ ਥੋਮੇ ਭਾਈ ਉਹਨਾਂ ਕਿਹਾ ਨਾ ਕਿ ਦੇਸੀ ਥੋਮੇ ਜਿਹੜਾ ਉਹ ਆਪਣਾ ਅਸੀਂ ਗਿਣ ਸੀ ਤੇ ਖਾ ਸੀ ਤੇ ਪਿਛਲੀਆਂ ਸਦੀਆਂ ਤੋਂ ਖਾ ਸੀ, ਤੇ ਹੁਣ ਅਸੀਂ ਇਹਨੂੰ 10 ਸਾਲ ਲੱਗਣੇ ਨੇ ਮੇਰੇ ਭਰਾਵਾ। ਅਸੀਂ ਚਾਈਨਾ ਤੋਂ ਮੰਗ ਕੇ ਖਾ ਰਹੇ ਹਾਂ, ਈਰਾਨ ਦਾ ਥੋਮ ਖਾ ਰਹੇ ਹਾਂ, ਇੰਡੀਆ ਦਾ ਥੋਮ ਖਾ ਰਹੇ ਹਾਂ। ਦੇਸੀ ਥੋਮ ਤੇ ਲੱਗਣ ਹੀ ਨਹੀਂ ਡਿਆ ਇੱਥੇ। ਉਹ 15 ਨਹੀਂ ਤੇ 20 ਮਣ ਇੱਕ ਕਿੱਲੇ 'ਚੋਂ ਦੇਸੀ ਥੋਮ ਦੀ ਪੈਦਾਵਾਰ ਹੁੰਦੀ ਹੈ, ਉਹ ਤੇ ਇੱਥੇ ਹਜ਼ਾਰਾਂ ਨਾ ਕਿੱਲਾ ਲੱਖਾਂ ਨਾਲ ਲੱਗਾ ਹੋਇਆ, ਤੇ ਪਾਕਿਸਤਾਨ ਦੀ ਜ਼ਰੂਰਤ ਨਹੀਂ ਭਾਈ ਪੂਰੀ ਹੋ ਸਕਦੀ। G1 ਲਸਣ ਜਿਹੜਾ ਦੁਨੀਆ ਦੇ ਕਿਸੇ ਵੀ ਲਸਣ ਨਾਲੋਂ ਉਹਦੇ 'ਚ ਨਿਊਟਰੀਐਂਟਸ ਜ਼ਿਆਦਾ ਨੇ, ਕੈਲਸ਼ੀਅਮ ਜ਼ਿਆਦਾ ਹੈ। ਜਿਹੜੀ ਵੀ ਥੋਮ ਦੇ ਵਿੱਚ ਜ਼ਰੂਰੀ ਅਜਨਾਸ ਹੁੰਦੀਆਂ ਨੇ ਉਹ ਉਹਦੇ ਵਿੱਚ ਹਰ ਇੱਕ ਲਸਣ ਨਾਲੋਂ ਜ਼ਿਆਦਾ ਹੈ। ਉਹਦੀ ਜਿਹੜੀ ਸ਼ੈਲਫ ਲਾਈਫ ਹੈ ਆਮ ਲਸਣ ਦੀ 6 ਮਹੀਨੇ ਸਾਲ ਹੈ, ਉਹਦੀ 2 ਤੋਂ 3 ਸਾਲ ਹੈ। ਇਹ ਗੱਲ ਹੀ ਸਿਰੇ ਤੋਂ ਗਲਤ ਹੈ ਕਿ ਇਹ ਦੇਸੀ ਥੋਮੇ ਖਾਣੇ ਸਾਨੂੰ 8 ਤੋਂ 10 ਸਾਲ ਲੱਗ ਸੀ। ਇੰਜ ਨਹੀਂ ਹੁੰਦਾ ਮੇਰੇ ਭਾਈ। ਇਹ ਦੇਸੀ ਥੋਮ ਨਾਲ ਹੀ ਅਸੀਂ ਇਹਦੇ 'ਚ ਸਾਰੀਆਂ ਕੁਆਲਿਟੀਜ਼ ਨੇ। ਫਰਕ ਇਹ ਹੈ ਕਿ ਇਹਦੀ ਪੈਦਾਵਾਰ 8 ਤੋਂ 10 ਗੁਣਾ ਜ਼ਿਆਦਾ ਹੈ, ਇਹਦੀ ਸ਼ੈਲਫ ਲਾਈਫ 2 ਤੋਂ 3 ਸਾਲ ਹੈ, ਔਰ ਇਹਦਾ ਜਿਹੜਾ ਸੰਭਾਲਣ ਦਾ ਤਰੀਕਾ ਉਹ ਆਮ ਦੇਸੀ ਲਸਣ ਨਾਲੋਂ बहुत आसान है। 335 लाख रुपया लग सी। अच्छा 335 लाख रुपया तुसा लाई किन सो, ठीक है। करोड़ां रुपए कमाने ने ख्वाहिशमंद हो। अग्गा गशने तो पहले मैं जरा तुसा की पिछा गच्छी दसना कि पिछा होया गया। ये ब्रीड पाकिस्तानी साइंसदाना तैयार की थी, और जिस टाइम पाकिस्तानी साइंसदाना इसकी तैयार करी रहे तो इस ब्रीड ना भी जड़ा वा आम मार्केट 200 सू की नोट शहर 300 रुपया किलो तक इन्हें बेचा। ਇਹ ਬੀ ਢਾ ਚੜਿਆ ਸਕੈਮ ਡੀਲਰਸ ਨੇ ਹੱਥ। ਇਹਨਾਂ ਇਸ ਬੀਆਂ ਕੀ ਸਟੋਰ ਕੀਤਾ ਔਰ ਇਸ ਬੀਆਂ ਦਾ ਰੇਟ ਇਹਨਾਂ 405,000 ਰੁਪਇਆ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕੀਤਾ। ਹੁਣ ਇਤਨਾ ਮਹਿੰਗਾ ਬੀ ਕੁਣ ਕਿੰਨਾ ਹੈ? ਇਹਨਾਂ ਮਾੜੇ ਜੇ ਬੰਦੇ ਕੀ ਗੱਛੀ ਕਾਇਲ ਕੀਤਾ ਕਿ ਭਾਈ ਲਾ ਔਰ ਇਸ ਨਾਲ ਕਰੋੜਾਂ ਰੁਪਏ ਫਾਇਦਾ ਦੂਗੀ। ਚਲੋ ਮੈਂ ਤੇ ਇਨਵੈਸਟਮੈਂਟ ਕਰੀ ਕੀਤੀ, ਮੈਂ 1 ਏਕੜ ਲਾਇਆ, ਠੀਕ ਹੈ। ਮੈਂ ਜਿਸ ਟਾਈਮ 1 ਏਕੜ ਲਾਈ ਦਿਆਂ, ਜਿਸ ਟਾਈਮ ਉਹ ਮਾੜੇ ਕੋਲ 300-400 ਮਣ ਜਿਸ ਟਾਈਮ ਮਾੜੇ ਕੋਲ ਉਸਨੀ ਪੈਦਾਵਾਰ ਹੋਈ, मैं मंडी विच बेचण गया अगे ES कैम डीलर्स बैठे से। इन्हां माड़े कोलू 800 सू की नोट 1000 रुपया किलो ने हिसाब नाल उसकी खरीदी कीता। मैं तो अमीर हो गया, मैं तो मालदार हो गया, मैं तो करोड़ां रुपए कमाई कीते। मैं फिर ना जिथे 1 एकड़ पहले
लाया असा ना ये थूम, मैं फिर उसकी 5 एकड़ गड़ी छोड़िया। मैं आनिया गमानिया की भी मशवरा दिता कि तुसा भी लाओ। जिस टाइम मैं इसना बी दोबारा गिनोड़ गया, इन्ना स्कैम डीलर्स मिगी 5000 रुपया किलो दिता। हूँ जेड़ा मैं 300-400 मन बेचा सा, इन्ना स्कैम डीलर्स उहे बी मिगी वापस दिता 4000-5000 रुपये ने किलो ने हिसाब नाल। ठीक है, तकरीबन 2 साल हो गए इसकी काश्त होनी पी और इसकी जितनी पैदावार इस थूमै नी ये सारा बीएं तक गछना पिया। मतलब आम मार्केट विच ये जेड़ा थूम आ वो हाले बिकने आस्तै नहीं आया, मतलब हांडियां विच हाले इस्तेमाल आस्तै ये बी नहीं आया। ਲਓ ਜੀ ਭਾਈ ਉਹਨਾਂ ਨੂੰ ਅੱਗੇ ਗੱਤਣ ਨਾਲੋਂ ਪਹਿਲਾਂ ਪਿੱਛੇ ਗੱਤਨੇ ਆ ਕਿ ਕੀ ਇਹਦੇ ਜਿਹੜਾ ਨਾ ਗੱਤੀ ਇਹਨਾਂ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਸਕੈਮ ਡੀਲਰਾਂ ਦੇ ਢਾਏ ਚੜ ਗਿਆ। ਇਹ ਗੱਲ ਮੰਨ ਗਏ ਨੇ ਕਿ ਪਾਕਿਸਤਾਨ ਦਾ ਇੱਕ ਅਦਾਰਾ ਹੈ NARC, ਉਹਨੇ ਇਹ ਲਸਣ ਬਣਾਇਆ, ਠੀਕ ਹੈ, ਔਰ 200-300 ਰੁਪਏ ਕਿਲੋ ਹੀ ਇਹ ਆਇਆ ਕਿਸਾਨਾਂ ਦੇ ਕੋਲ। ਫਿਰ ਉਹਨਾਂ ਕਿਹਾ ਸਕੈਮ ਡੀਲਰਾਂ ਦੇ ਹੱਥੇ ਚੜ ਗਿਆ, ਉਹਨਾਂ ਰੇਟ 5000 ਕਰ ਦਿੱਤਾ। ਇਹ ਭਾਈ ਉਹਨਾਂ ਨੂੰ ਬੰਦਾ ਪੁੱਛੇ ਕਿ ਸਕੈਮ ਡੀਲਰ ਦਾ ਮਤਲਬ ਕੀ ਹੈ, ਠੀਕ ਹੈ, ਕਿਸ ਤਰ੍ਹਾਂ ਸਕੈਮ ਡੀਲਰ ਉਹਨਾਂ ਨੇ ਕੋਈ ਧਿੱਕੇ ਨਾਲ ਕਿਸੇ ਨੂੰ ਬੀ ਲਵਾਇਆ, ਕਿਸੇ ਨਾਲ ਉਹਨਾਂ ਜਬਰਨ ਲਾਇਆ, ਜ਼ਬਰਦਸਤੀ ਲਾਇਆ। ਇਹਦਾ ਰੇਟ ਵਧਣ ਦੀ ਇੱਕੋ ਹੀ ਵਜ੍ਹਾ, ਇੱਕ ਸਿੰਗਲ ਰੀਜ਼ਨ ਕਿ ਇਹਦੀ ਪੈਦਾਵਾਰ ਬਹੁਤ ਜ਼ਿਆਦਾ ਹੈ। ਇਹਦੀ ਕੁਆਲਿਟੀਜ਼ ਜਿਹੜੀਆਂ ਨੇ ਆਮ ਥੋਮੇ ਨਾਲੋਂ 10 ਗੁਣਾ ਜ਼ਿਆਦਾ ਨੇ। ਉਹ 200 ਰੁਪਏ ਕਿਲੋ ਆਇਆ ਔਰ ਥੋੜਾ ਹੀ 3 ਤੋਂ 4 ਕਨਾਲ ਦਾ ਬੀ ਅਦਾਰੇ ਨੇ ਕੱਢਿਆ 2018 ਦੇ ਵਿੱਚ, 17 ਦੇ ਵਿੱਚ ਕਮਰਸ਼ਲਾਈਜ਼ ਬੇਸ ਤੇ। 17 ਤੋਂ ਲੈ ਕੇ 2022 ਤੱਕ ਕਿੰਨਾ ਕੁ ਵੀ ਵੱਧ ਸਕਦਾ, ਠੀਕ ਹੈ। ਉਹ ਹੀ ਉਦੋਂ ਦਾ ਲੈ ਕੇ ਤੇ ਹੁਣ ਤੱਕ ਇਹ 2 ਤੋਂ 3000 ਜਾਂ 4000 ਏਕੜ ਤੱਕ ਜਿਹੜਾ ਨਾ ਇਹ G1 ਲਸਣ ਆਇਆ ਹੈ। ਇਹ ਸਕੈਮ ਡੀਲਰਾਂ ਦੇ ਢਾਏ ਨਹੀਂ ਚੜਿਆ, ਕਿਸੇ ਮਾਫੀਆ ਦੇ ਹੱਥੇ ਨਹੀਂ ਚੜਿਆ, ਇਹ ਚੜਿਆ ਆਮ ਬੰਦਿਆਂ ਦੇ ਹੱਥ, ਸਰਮਾਇਆਦਾਰਾਂ ਦੇ ਹੱਥ, ਜਿਨ੍ਹਾਂ ਨੇ ਪੈਸਾ ਲਾਇਆ ਔਰ ਇਹ ਥੋਮੇ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਵੇਖੀਏ। ਔਰ ਜਦੋਂ ਉਹਨਾਂ ਥੋੜਾ ਲਾਇਆ, ਉਹਨਾਂ ਨੂੰ ਇਹ 'ਚ ਲੱਗਾ ਕਿ ਇਹਦੀ ਤੇ ਪੈਦਾਵਾਰ ਹੀ ਬਹੁਤ ਜ਼ਿਆਦਾ ਹੈ। ਅਗਰ 200 ਰੁਪਏ ਕਿਲੋ ਲੈ ਕੇ 100 ਦਾ ਵੀ ਵਿਕੇ ਫਿਰ ਵੀ 10 ਤੋਂ 20 ਗੁਣਾ ਜ਼ਿਆਦਾ ਇਹ ਮੁਨਾਫਾ ਦਿੰਦਾ। ਫਿਰ ਇਹਦਾ ਰੇਟ ਜਦੋਂ ਬੀ ਥੋੜਾ ਸੀ, ਕਿਉਂਕਿ ਨਵਾਂ ਬਣਿਆ ਸੀ ਅਦਾਰੇ ਦੇ, ਨਵਾਂ ਹਲੇ ਨੂੰ ਕੱਢਿਆ ਸੀ, ਉਸ ਤੋਂ ਬਾਅਦ ਆ ਕੇ ਮਾਰਕੀਟ ਦੇ ਵਿੱਚ ਇਹ ਬਿਲਕੁਲ ਨਹੀਂ ਆਇਆ। ਇਹ ਬੀ ਤੋਂ ਬੀ ਰਿਹਾ। ਮੈਂ ਲਾਇਆ, ਮੇਰੇ ਕੋਲ 2 ਭਰਾਵਾਂ ਲੈ ਲਿਆ, ਉਹਨਾਂ ਕੋ ਅੱਗੇ ਚੌਂ ਨੇ ਲੈ ਲਿਆ। ਇਸੇ ਤਰ੍ਹਾਂ ਇਹ ਪਰਸਨ ਟੂ ਪਰਸਨ ਜਿਹੜਾ ਨਾ ਸੀਡ ਟ੍ਰਾਂਸਫਰ ਹੋਇਆ। ਅਦਾਰੇ ਨੇ ਵੀ ਦੇਣਾ ਬੰਦ ਕਰ ਦਿੱਤਾ, ਉਹਨਾਂ ਕੋਲ ਖਤਮ ਹੋ ਗਿਆ। ਹਜ਼ਾਰਾਂ ਐਪਲੀਕੇਸ਼ਨ ਪਈਆਂ ਰਹੀਆਂ, ਉਹਨਾਂ ਕਿਸੇ ਨੇ ਇੱਕ ਤੁਰੀ ਨਹੀਂ ਦਿੱਤੀ ਕਿਉਂਕਿ ਉਹਨਾਂ ਕੋਲ ਹੈ ਹੀ ਨਹੀਂ ਸੀ। ਉਹ ਲੋਕਾਂ ਨੇ ਲੈ ਕੇ ਤੇ ਆਪਣਾ ਜਿਹੜਾ ਨਾ ਉਹ ਕਾਸ਼ਤ ਕਰ ਲਿਆ। ਹੁਣ ਇਹ ਬੀ ਸਕੈਮ ਡੀਲਰਾਂ ਕੋ ਨਹੀਂ, ਸਿਰਫ ਉਹਨਾਂ ਕੋਲ ਜਿਨ੍ਹਾਂ ਪੈਸਾ ਲਾਇਆ ਤੇ ਜਿਨ੍ਹਾਂ ਦਾ ਆਪਣੇ ਘਰ ਦਾ ਸੀਡ ਹੈ। 1 ਕਿੱਲਾ ਲਾਓ, ਅਗਲੇ ਸਾਲ ਤੁਹਾਡੇ 8 ਤੋਂ 10 ਕਿੱਲੇ ਨੇ। 1 ਕਨਾਲ ਲਾਓ, ਅਗਲੇ ਸਾਲ 8 ਤੋਂ 10 ਕਨਾਲਾਂ ਨੇ। 1 ਮਰਲਾ ਲਾਓ, ਅਗਲੇ ਸਾਲ 8 ਤੋਂ 10 ਮਰਲੇ ਨੇ। 1000 ਕਿਲੋ ਲਾਓ, ਅਗਲੇ ਸਾਲ ਖੁਸ਼ਕ ਤੁਹਾਡਾ 10000 ਤੋਂ 12000 ਕਿਲੋ ਤੁਹਾਡੇ ਕੋਲ ਪਿਆ ਹੈ, ਠੀਕ ਹੈ। ਔਰ ਇਹਦਾ ਰੇਟ ਜਿਹੜੇ ਤੇ ਤੁਸਾਂ ਲਿਆ, ਅਗਲੇ ਸਾਲ 10 ਗੁਣਾ ਥੱਲੇ ਘਟ ਜੇ, ਘਾਟਾ ਤੁਹਾਨੂੰ ਫਿਰ ਵੀ ਨਹੀਂ ਪੈ ਸਕਦਾ। ਇਹ ਭਾਈ ਹੋਰਾਂ ਨੂੰ ਜਿਹੜਾ ਨਾ ਉਹ ਮੋਦਬਾਨਾ ਇਲਤਮਾਸ ਹੈ ਕਿ ਥੋੜਾ ਜਿਹਾ ਨਾ ਹੋਸ਼ ਤੇ ਨਾ ਹੁਣ ਲੈਣ। ਅੱਗੇ ਸਾਡੀ ਪਾਕਿਸਤਾਨੀ ਆਵਾਮ ਜਿਹੜੀ ਹੈ ਜਹਾਲਤ ਦਾ ਸ਼ਿਕਾਰ ਹੈ, ਗੁੰਮਰਾਹ ਹੈ ਕਿ ਉਹ ਪੁੱਠੀ ਲੈਣ ਦੇ ਪਿੱਛੇ ਹੀ ਇਹਨਾਂ ਨੇ ਲੱਗਣਾ ਹੁੰਦਾ ਕਿ ਮੰਨਣ ਵੀ ਦਿਓ ਕਿ ਪਾਕਿਸਤਾਨ ਇੱਕ ਚੀਜ਼ ਬਣਾ ਲਈ ਹੈ ਤੇ ਇਹਨੂੰ ਬੀਆਂ ਲਈ ਜਿਹੜਾ ਨਾ ਚੱਲਣ ਦੋ। ਹੁਣ ਰੇਟ ਇਹਦਾ 15 ਤੋਂ 20000 ਖੁਸ਼ਕ ਅਗਰ ਰਿਹਾ 2022 ਚ ਜਾਂ 23 ਚ ਰਹਿਣਾ, ਤਾਂ ਉਹਦੀ ਇੱਕ ਹੀ ਰੀਜ਼ਨ ਹੈ ਕਿ ਇਹ ਸੀਡ ਥੋੜਾ, ਬਿਲਕੁਲ ਥੋੜਾ, ਔਰ ਇਹਦੀ ਡਿਮਾਂਡ ਇੰਨੀ ਬੜੀ ਹੈ। ਤੇ ਜਿਹੜੀ ਚੀਜ਼ ਇੰਨੀ ਹੋਏ, ਡਿਮਾਂਡ ਇੰਨੀ ਹੋਏ, ਜਿਵੇਂ ਆਕਸ਼ਨ ਦੇ ਵਿੱਚ ਬੋਲੀ ਲੱਗਦੀ ਹੈ ਨਾ ਕਿਸੇ ਗੱਡੀ ਦੀ, ਕੋਈ ਕੀਮਤੀ ਚੀਜ਼ ਦੀ, ਕਿਸੇ ਕੀਮਤੀ ਜਗ੍ਹਾ ਦੀ, ਇਹ ਕਹਿੰਦਾ 1 ਕਰੋੜ, ਅਗਲਾ 1.5 ਕਰੋੜ, 2 ਕਰੋੜ, 3 ਕਰੋੜ। ਇਸੇ ਤਰ੍ਹਾਂ ਇੱਕ ਜੀਵਨ ਕੀਮਤੀ ਚੀਜ਼ ਹੈ, ਇਹ ਬੜੀ ਮਹਿਸੂਸ ਚੀਜ਼ ਹੈ ਔਰ ਬੜੀ ਘੱਟ ਹੈ। ਇਸ ਵਜ੍ਹਾ ਤੋਂ ਇਹਦੀ ਬੋਲੀ ਲੱਗਦੀ ਹੈ, ਇਹਦਾ ਰੇਟ ਅਪ ਹੁੰਦਾ ਹੈ। ਇਹ ਆਮ ਥੋਮ ਹੀ ਹੈ, ਖਾਣ ਦੇ ਹੀ ਕੰਮ ਆਉਣਾ, ਸਬਜ਼ੀ 'ਚ ਹੀ ਕੰਮ ਆਉਣਾ, ਤੇ ਇਹਨੇ ਵੀ 200 ਰੁਪਏ ਕਿਲੋ ਵਿਕਣਾ। ਲੇਕਿਨ ਹਲੇ ਹੈ ਥੋੜਾ, ਲੋਕੀ ਬੀ ਬਣਾਉਣ ਡੇ ਨੇ, ਆਪਣੇ ਕੋ ਤਿਆਰ ਕਰਨ ਡੇ ਨੇ। ਉਹ ਟੋਟਲ ਇਹ 'ਚ ਪੜਿਆ ਲਿਖਿਆ ਤਬਕਾ ਹੈ। ਇਸੇ ਲਈ ਕਲਪਨਾ ਕਿ ਉਹ ਪੜ੍ਹੇ ਲਿਖੇ ਤਬਕੇ ਨੂੰ ਸਕੈਮ ਨਾ ਕਹੋ, ਉਹਨਾਂ ਨੂੰ ਮਾਫੀਆ ਨਾ ਕਹੋ ਜਿਨ੍ਹਾਂ ਨੇ ਪੈਸਾ ਆਪਣਾ ਇਨਵੈਸਟ ਕੀਤਾ। ਪੜ੍ਹਿਆਂ ਲਿਖਿਆਂ ਦੀ ਸਮਝ ਖੋਪੜੀ 'ਚ ਗੱਲ ਛੇਤੀ ਬਹਿ ਗਈ, ਉਹਨਾਂ ਨੇ ਤੇ ਇਨਵੈਸਟ ਕੀਤਾ। ਤੁਸੀਂ ਜਿਹੜੇ ਕਿਸਾਨ ਹੋ, ਜਿਹੜੇ ਪਰਦੇਸੀ ਹੋ, ਥੋੜਾ ਲੈ ਕੇ ਲਾਓ। 1 ਕਿਲੋ ਤੋਂ ਸ਼ੁਰੂ ਕਰੋ ਅਗਰ ਮਹਿੰਗਾ, ਲੇਕਿਨ ਉਹ ਬੀ ਆਪਣੇ ਘਰ ਬਣਾਓ। ਮੈਂ ਨਾ 10 ਕਿਲੋ ਤੋਂ ਵੀ ਸ਼ੁਰੂ ਕਰੋਗੇ, ਤੀਸਰੇ ਸਾਲ ਤੁਹਾਡਾ ਕਿੱਲਾ ਤੋਂ ਵੀ ਟੱਪ ਜਾਏਗਾ। ਇੰਨੀ ਇਹ ਸਪੀਡ ਦੇ ਵਿੱਚ ਵੱਧਦਾ। ਫਿਰ ਭਾਈ ਉਹਨਾਂ ਦੀ ਤੁਹਾਨੂੰ ਇੱਕ ਸੁਣਾਉਂਦੇ ਆ ਕਿ ਉਹ ਇੰਟਰਨੈਸ਼ਨਲ ਮਾਰਕੀਟ ਹੀ ਨਹੀਂ ਗੱਛੀ ਸਕਣਾ। ਕਿਆ ਨਹੀਂ ਗੱਛੀ ਸਕਣਾ ਕਿ ਪਾਕਿਸਤਾਨ 80% ਥੂਮ ਜਿਹੜਾ ਵਾ ਉਹ ਇੰਪੋਰਟ ਕਰਨਾ ਚਾਈਨਾ ਤੋਂ ਜਾਂ ਈਰਾਨ ਤੋਂ ਜਾਂ ਕੁਝ ਹੋਰ ਮਮਾਲਿਕ ਹੈ ਉਹਨਾਂ ਤੋਂ ਕਰਨਾ ਪਿਆ। ਮਤਲਬ ਕਿ ਇਹ ਥੂਮ ਜਿਹੜਾ ਵਾ ਉਹ ਪਾਕਿਸਤਾਨ ਦੇ ਅੰਦਰ ਹੀ ਵਿਕਸੀ। ਅੱਛਾ, ਹੁਣ ਇਹ ਥੂਮ ਜਿਸ ਟਾਈਮ ਤੁਸੀਂ ਵੇਚਣੇ ਇਸ ਟਾਈਮ ਮਾਰਕੀਟ 'ਚ ਗਏ ਹੋ, ਫਰਜ਼ ਕਰੋ ਫਿਰ ਵਧਾਈ ਮੰਡੀ 'ਚ ਗਏ ਹੋ, ਤੇ ਇੱਕ ਟੋਕਰੀ ਵਿੱਚ ਗੱਤੀ ਭਾਈ ਉਹਨਾਂ ਨੇ ਪਿੱਛੇ ਘਰ ਛੜੀ ਹੈ। ਉਹਨਾਂ ਕਿਹਾ ਕਿ ਇਹ ਥੋਮ ਇੰਟਰਨੈਸ਼ਨਲ ਮਾਰਕੀਟ ਵਿੱਚ ਕੋਈ ਨਾ ਵਿਕ ਸਕੇ।
ਇਹ ਇੰਟਰਨੈਸ਼ਨਲ ਮਾਰਕੀਟ 'ਚ ਕਿਉਂ ਨਾ ਵਿਕ ਸਕੇ? ਕਿਉਂ? ਅਸੀਂ 80% ਲਸਣ ਬਾਹਰ ਦੇ ਮੁਲਕਾਂ ਕੋ ਮੰਗ ਕੇ ਖਾ ਰਹੇ ਹਾਂ। ਇਹ ਭਾਈ ਹੋਰਾਂ ਨੇ ਖੁਦ ਵਾਜ਼ਿਆ ਕਿਹਾ, ਪਤਾ ਨਹੀਂ ਨਾ ਭਾਈ ਹੋਰਾਂ ਦਾ ਕੀ ਹੈ, ਲੇਕਿਨ 80% ਲਸਣ ਅਸੀਂ ਬਾਹਰੋਂ ਮੰਗ ਕੇ ਖਾ ਰਹੇ ਹਾਂ। ਉਹ ਘਰ ਕੋਈ ਵੀ ਤਬਕਾ ਸੋਚੋ ਕਿ ਯਾਰ ਜਿਹੜੇ ਘਰ ਦੇ ਵਿੱਚ 20% ਚੀਜ਼ ਤੁਸੀਂ ਆਪਣੀ ਕਮਾ ਕੇ ਖਾਂਦੇ ਹੋਵੋ ਔਰ 80% ਲੋਕਾਂ ਕੋ ਮੰਗ ਕੇ ਖਾਂਦੇ ਹੋਵੋ ਕਿ ਯਾਰ ਸਾਨੂੰ ਖਾਣ ਵਾਸਤੇ ਦਵੋ। ਆਪਣੇ ਮੁਲਕ ਦੀ ਤੇ ਜੋ ਚੀਜ਼ ਹੈ ਉਹ ਤੇ ਅਸੀਂ ਆਪਣੇ ਘਰ ਚੋਂ ਲੈ ਕੇ ਖਾ ਰਹੇ ਹਾਂ। ਬਾਹਰੋਂ ਅਸੀਂ ਜੋ ਵੀ ਖਾ ਰਹੇ ਹਾਂ ਉਹ ਮੰਗ ਕੇ ਹੀ ਖਾਣਾ ਹੈ। ਉਹਨਾਂ ਨੂੰ ਬੇਸ਼ੱਕ ਅਸੀਂ ਪੈਸਾ ਦੇ ਰਹੇ ਹਾਂ, ਲੇਕਿਨ ਉਹਨਾਂ ਦੀ ਅਸੀਂ ਬਚਤ ਕਰਵਾ ਰਹੇ ਹਾਂ। ਉਹਨਾਂ ਨੂੰ ਕਰੋੜਾਂ ਅਰਬਾਂ ਰੁਪਇਆ ਉਸੇ ਥੋਮ ਦਾ ਜਾ ਰਿਹਾ ਔਰ ਸਾਡੇ ਮੁਲਕ ਕੋਲ ਤੇ ਪੈਸਾ ਵੀ ਹੈ ਨਹੀਂ ਜਿਹੜੇ ਕੰਟੇਨਰ ਫਸੇ ਨੇ ਲਸਣ ਦੇ ਹੀ ਉਹਨਾਂ ਦਾ ਦੇਣ ਵਾਸਤੇ। ਯਾਰ ਕਿਤੇ ਨਾ ਜਾਏ ਇਹ ਥੋਮ, ਕਿਤੇ ਨਾ ਬਾਹਰ ਜਾਏ। ਉਹ ਕਮ ਅਜ਼ ਕਮ ਸਾਡਾ ਜਿਹੜਾ ਮੁਲਕ ਹੈ ਉਹ ਤੇ 80% ਬਾਹਰੋਂ ਨਾ ਮੰਗ ਕੇ ਖਾਏ। ਉਹ ਤੇ ਅਰਬਾਂ ਰੁਪਈਆ ਜਿਹੜਾ ਬਚੇ ਹੀ ਆਪਣਾ ਥੋਮੇ ਜਿਹੜਾ ਆਪਣਾ ਲਸਣ ਜਿਹੜਾ ਉਹ ਤੇ ਆਪਣੇ ਘਰ ਦਾ ਪੈਦਾ ਕਰਕੇ ਭਰਾਵਾ ਖਾ ਸਕੀਏ। ਉਹ ਤੇ ਸਾਡਾ ਮੁਲਕ ਉਹਦੇ ਵਿੱਚ ਖੁਦ ਮੁਖਤਾਰ ਹੋਏ। ਅਗਲੀ ਗੱਲ ਰਹਿ ਗਈ ਬਾਹਰ ਦੇ ਮੁਲਕੇ ਜਾ ਨਹੀਂ ਸਕਦਾ। ਪਾਕਿਸਤਾਨ ਜਿਹੜਾ ਗੰਦਮ ਘੱਲਦਾ ਪਿਆ, ਚਾਵਲ ਘੱਲਦਾ ਪਿਆ, ਨਮਕ ਬਾਹਰ ਦੇ ਮੁਲਕੇ ਦੇ ਵਿੱਚ ਘੱਲਦਾ ਪਿਆ, ਹੋਰ ਬੜੀ ਜੀ ਅਜਨਾਸ ਹੈ, ਫਲ ਅੱਛੇ ਤੋਂ ਅੱਛਾ ਜਾ ਰਿਹਾ ਔਰ ਇਹਦੇ ਵਿੱਚ ਹਜ਼ਾਰਾਂ ਕੰਪਨੀਆਂ ਨੇ ਜਿਹੜੀਆਂ ਪਾਕਿਸਤਾਨ ਕੋ ਇਹਦੇ ਸੀਡ ਦੀ ਡਿਮਾਂਡ ਕਰ ਰਹੀਆਂ, ਲੇਕਿਨ ਹਲੇ ਹੈ ਹੀ ਨਹੀਂ। ਹਲੇ ਤਾਂ ਪਾਕਿਸਤਾਨ 'ਚ ਹੀ ਰੇਟ ਬਹੁਤ ਜ਼ਿਆਦਾ ਹੈ, ਬਾਹਰੇ ਦੇ ਉਹਨਾਂ ਭਰ ਹੀ ਨਹੀਂ ਸਕਦੇ ਜਿੰਨਾ ਇੱਥੇ ਵੇ। ਲੇਕਿਨ ਜਦੋਂ ਵਾਫਰ ਹੋ ਗਿਆ 5-7 ਲੱਖ ਏਕੜ ਲੱਗ ਗਿਆ ਔਰ ਉਦੋਂ ਤੱਕ ਲੱਗਿਆ ਜਿਨੇ ਇਹਦੇ ਵਿੱਚ ਰਹਿਣਾ ਅਗਲੇ 4-5 ਸਾਲ ਉਹਨੇ ਕਰੋੜਾਂ ਹੀ ਕਮਾਣੇ ਨੇ। ਪਿਛਲੇ 6 ਸਾਲ ਫੋਲ ਕੇ ਵੇਖ ਲਵੋ, ਕੋਈ ਬੰਦਾ ਇੱਕ ਐਸਾ ਕੱਢ ਲਵੋ ਜਿਨੇ ਇਹ ਜੀਵਨ ਲਾਇਆ ਔਰ ਕਰੋੜਾਂ ਤੇ ਲੱਖਾਂ ਰੁਪਈਆ ਨਹੀਂ ਕਮਾਇਆ। ਲੇਕਿਨ ਇੰਜ ਦੇ ਭਾਈ ਜਿਹੜੇ ਨੇ ਨਾ ਉਹ ਫਿਰ ਇਹਨਾਂ ਦਾ ਅੱਗੇ ਸੁਣੋ। पैसा कमाना सा वो कमा ही रहे, मजीद इसमें गुंजाइश नहीं रही। स्कैम डीलर्स अरबा खरबा रुपए बनाने से और वो बना ही चुके, मजीद वो बना सोने 2-3 साल। तो इस मारे ये वीडियो बनाने का मकसद ये सा कि ਸਕੈਮ ਡੀਲਰ ਅਰਬਾਂ ਖਰਬਾਂ ਰੁਪਈਏ ਬਣਾਣੇ ਹਨ, ਉਹ ਬਣਾਈ ਸੜੇ ਅਗਲੇ 2-3 ਸਾਲ ਬਣਾਈ ਖੜੇ। ਪਹਿਲੋਂ ਵੀ ਉਹਨਾਂ 6-7 ਸਾਲ ਬਣਾ ਲਏ ਨੇ ਔਰ ਅਗਲੇ 6-7 ਸਾਲ ਵੀ ਬਣਾਣੇ ਨੇ। ਭਾਈ ਹੋਰੀ ਮੂੰਹੋਂ ਮੰਨਦੇ ਨੇ ਪਏ ਉਹ ਕੋਈ ਸਕੈਮ ਡੀਲਰ ਨਹੀਂ ਨੇ। ਉਹ ਇੱਕ ਅੱਛਾ ਪੜ੍ਹਿਆ ਲਿਖਿਆ ਸੁਲਝਿਆ ਤਬਕਾ ਹੈ, ਠੀਕ ਹੈ, ਸਮਝਦਾਰ, ਵੈਲ ਕੁਆਲੀਫਾਈਡ, ਜਿਨ੍ਹਾਂ ਨੇ ਸਮਝਿਆ ਕਿ ਪਾਕਿਸਤਾਨ ਨੇ ਕੋਈ ਚੀਜ਼ ਬਣਾਈ ਹੈ, ਕੋਈ ਅੱਛਾ ਲਸਣ ਬਣਾਇਆ ਹੈ ਔਰ ਉਹਨਾਂ ਨੇ ਉਹਦੀ ਕਾਸ਼ਤ ਕੀਤੀ ਹੈ, ਉਹਨੂੰ ਵਸੀਹ ਪੈਮਾਨੇ ਤੇ ਖੜਿਆ। ਫਿਰ ਲੋਕਾਂ ਨੂੰ ਨਾਲ ਸਮਝ ਆਈਏ, ਲੋਕਾਂ ਫਿਰ ਥੋੜੇ ਪੈਮਾਨੇ ਤੇ ਉਹਨਾਂ ਨੂੰ ਲੈਣਾ ਸ਼ੁਰੂ ਕੀਤਾ। ਉਹ ਖੁਦ ਤੇ ਨਹੀਂ ਕਿਸੇ ਕੋਲ ਜਾਂਦੇ ਤੇ ਥੋੜਾ ਦਿੰਦੇ ਨੇ। ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਤੇ ਯਾਰ 100 ਕਿਲੋ ਲਾਇਆ, ਅਗਲੇ ਸਾਲ ਤੁਹਾਡਾ ਜਿਹੜਾ 2000-2500 ਕਿਲੋ ਫਰੈਸ਼ ਨਿਕਲ ਆਉਂਦਾ, 1000-1200 ਕਿਲੋ ਤੁਹਾਡਾ ਅੱਗੋਂ ਜਿਹੜਾ 100 ਕਿਲੋ ਲਾਇਆ ਖੁਸ਼ਕ ਨਿਕਲ ਆਉਂਦਾ। ਉਹ ਸਕੈਮ ਡੀਲਰ ਨਹੀਂ ਨੇ, ਉਹ ਬਿਜ਼ਨਸਮੈਨ ਨੇ, ਪੜ੍ਹਿਆ ਲਿਖਿਆ ਤਬਕਾ ਹੈ ਜਿਨ੍ਹਾਂ ਇਹਨੂੰ ਵਧਾਇਆ ਹੈ ਆਪਣੇ ਕੋਲੋਂ ਇਨਵੈਸਟਮੈਂਟ ਕਰਕੇ, ਆਪਣੇ ਕੋਲੋਂ ਖਰਚਾ ਲਾ ਕੇ। ਜਿਵੇਂ ਸਾਇੰਸਦਾਨ ਤਜਰਬਾ ਕਰਨ ਲਈ ਕੋਲੋਂ ਖਰਚਾ ਲਾਉਂਦੇ ਨੇ, ਮੁਲਕ ਖਰਚਾ ਲਾਉਂਦਾ, ਉਂਝ ਉਹਨਾਂ ਨੇ ਕੋਲੋਂ ਪੈਸਾ ਲਾ ਕੇ ਤੇ ਇਹਦੇ ਤੇ ਇਨਵੈਸਟਮੈਂਟ ਕੀਤੀ ਹੈ। ਉਹ ਸਕੈਮ ਡੀਲਰ ਨੇ ਉਹਨਾਂ 6-7 ਸਾਲ ਪਿਛਲੇ ਵੀ ਲਾ ਕੇ ਕਮਾਇਆ, ਅਗਲੇ ਉਹਨਾਂ ਲਾ ਕੇ ਕਮਾਣਾ ਤੇ ਜਦੋਂ ਉਹਨਾਂ ਮੰਡੀਆਂ 'ਚ ਆਉਣਾ ਉਦੋਂ ਵੀ 1 ਕਿੱਲਾ 25 ਤੋਂ 30 ਲੱਖ ਦਾ ਵਿਕਣਾ, ਉਦੋਂ ਵੀ ਉਹਨਾਂ ਨੇ 100 ਕਿੱਲਾ ਲਾਣਾ ਤਾਂ ਕਿ 1 ਕਿੱਲੇ ਨੂੰ ਤੁਸੀਂ ਅਗਰ 30 ਨਾਲ ਜ਼ਰਬ ਦੇਵੋ 30 ਲੱਖ, 10 ਕਿੱਲਿਆਂ ਦਾ 3 ਕਰੋੜ ਸਿੱਧਾ। ਔਰ ਅਗਰ ਤੁਸੀਂ 100 ਕਿੱਲਾ ਲਾਇਆ ਹੈ ਤੇ ਖੁਦ ਅੰਦਾਜ਼ਾ ਲਾ ਲਓ ਕਿ ਗੱਲ ਕਿੱਥੇ ਦੀ ਕਿੱਥੇ ਟੁਰ ਜਾਂਦੀ ਹੈ, 30 ਕਰੋੜ ਤੇ, ਠੀਕ ਹੈ। ਤੇ ਇਹ ਥੋਮੇ ਵਿੱਚ ਲਸਣ ਹੀ ਹੈ, 200-250-300 ਰੁਪਏ ਕਿਲੋ ਵਿਕਣਾ। ਲੇਕਿਨ ਜਦੋਂ ਬੀ ਬਣ ਗਿਆ, ਜਦੋਂ ਬੀ ਵਾਫਰ ਹੋ ਗਿਆ, ਇਹ ਸਮਝੋ ਇਹ ਸੋਨੇ ਦੀ ਚਿੜੀਆ ਬਹੁਤ ਥੋੜਾ, ਇੰਨਾ ਕੋਈ ਤੇ ਡਿਮਾਂਡ ਹੀ ਨਹੀਂ ਬੜੀ ਹੈ। ਅੱਗੇ ਫਿਰ ਭਾਈ ਉਹਨਾਂ ਨੂੰ ਸੁਣਨੇ ਆ ਇਹਨਾਂ ਨੇ ਕੀ ਕਿਹਾ। स्कैम इसकी पहले समझो, इसने पर स्टडी करो, ठीक है। माड़ी समझी जेड़ी गल आई मैं तुसां की दसी छोड़ी कि फर्स्ट टाइम जिस टाइम मैं भी तकिया सा तो मिगी भी बड़ा ये जुनून आया सा कि यार लाने अस भी करोड़पति बनने आ। अगर इसे करोड़पति बनना हुआ ना तो हर बंदा अजकल जहांगीर तरीन बनता हुआ है, ठीक है। हर बंदा किसान एवं मारिया ना हुआ है अजकल, ठीक है। और दुआ काम खराब किया है जितने यूट्यूबर्स है पाकिस्तान ने, जी पूरी गल नहीं दसनी बंदियां की खर्चा कितना हो सी और इसने आखिर पर नुकसान। तो शायद 1-2 साल तुसा कमाई सको, लेकिन एंड उपर गची तुसा की लाखां रुपए एकड़ चू नुकसान ही हो सी। बाकी पाकिस्तान आए दिन ही अज स्कैम मचने रहने, ठीक है। टेंशन तुसा किसी चीज दी नहीं गिनी, अल्लाह सोड़े रे वाला है। अस्सलाम वालेकुम। ਗੱਚੀ ਮੇਰੇ ਭਰਾ ਨੇ ਨਾ ਤੇ ਥੋਮ ਲਾਇਆ ਨਾ ਇਹਨੇ ਕਿਸੇ ਨੂੰ ਲਾਣੇ ਦੇਣਾ, ਨਾ ਇਹਦੇ ਕੋਲ ਕੋਈ ਟਗਾ ਪੈਸਾ ਹੈ ਜਿਹੜਾ ਇਹ ਮੁੱਲ ਖਰੀਦੇ ਤੇ ਮੇਰਾ ਭਰਾ ਲਾ ਲੇ। ਮੇਰੇ ਭਰਾਵਾ 50 ਕਿਲੋ ਮੈਂ ਤੈਨੂੰ ਥੋਮ ਦਾਂਗਾ ਤੇ ਭਰਾ ਕਰਕੇ ਦਾਂਗਾ, ਤੂੰ ਮੇਰੇ ਕੋਲ ਆ ਕੇ ਤੇ ਇੱਥੇ ਸਿਆਲਕੋਟ ਲੈ ਜਾਈਂ, ਨਹੀਂ ਤੇ ਪੁੱਟਿਆ ਜਾਂਦਾ ਪਿੰਡੀ ਜਿੱਥੋਂ ਦਾ ਵੀ ਮੇਰੇ ਨਾਲ ਰਾਬਤਾ ਕਰੀ, ਮੈਂ ਤੈਨੂੰ ਘੱਲ ਦਿਆਂਗਾ। ਤੂੰ ਮੇਰੇ ਵੱਲੋਂ ਫ੍ਰੀ ਆਫ ਕਾਸਟ ਲਾ ਕੇ ਤੈਨੂੰ ਸਮਝ ਆਏਗੀ ਕਿ 50 ਕਿਲੋ ਲਾਇਆ ਇਹ ਅੱਗੇ ਮਲਟੀਪਲਾਈ ਕਿੰਨਾ ਹੁੰਦਾ ਹੈ, ਠੀਕ ਹੈ। 50 ਕਿਲੋ ਲਾਇਆ ਤੇਰੇ ਕੋਲ 1000-1200 ਕਿਲੋ ਕੋ ਫਰੈਸ਼ ਆਈਆਂ ਨਾ,
ਔਰ ਉਹਨੂੰ ਤੂੰ 300-400 ਰੁਪਏ ਕਿਲੋ ਵੀ ਵੇਚ ਤੇ ਵੇਖ ਪੈਸੇ ਬਣਦੇ ਕਿੰਨੇ ਨੇ। ਅੱਗੇ ਭਾਈ ਕਹਿ ਰਿਹਾ ਕਿ ਮੈਨੂੰ ਤੇ ਜੋ ਸਮਝ ਆਈ ਮੈਂ ਉਹ ਗੱਲ ਕੀਤੀ। ਭਰਾਵਾ ਗੱਲ ਉਹ ਕਰ ਜਿਹੜੀ ਤੇਰੀ ਨਹੀਂ ਹੋਰਾਂ ਲੋਕਾਂ ਦੀ ਵੀ ਸਮਝ ਆਏ, ਹੋਰਾਂ ਲੋਕਾਂ ਦਾ ਵੀ ਫਾਇਦਾ ਹੋਏ। ਔਰ ਯੂਟਿਊਬਰਾਂ ਵਾਲੀ ਗੱਲ ਬਿਲਕੁਲ ਜਿਹੜੀ ਹੈ ਨਾ ਕਿਸੇ ਹੱਦ ਤੱਕ ਉਹ ਭਾਈ ਹੋਰਾਂ ਦੀ ਠੀਕ ਹੈ ਕਿ ਪੂਰੀ ਗੱਲ ਨਹੀਂ ਦੱਸਦੇ, ਅੱਧੀ ਗੱਲ ਦੱਸਦੇ ਨੇ। ਤੇ ਇਸ ਚੈਨਲ ਤੇ ਮੈਂ ਕੋਸ਼ਿਸ਼ ਕਰਨਾ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਨਾ ਉਹ ਭਰਾਵਾਂ ਨੂੰ ਗਾਈਡ ਕਰਾਂ। ਐਂਡ ਤੇ ਥੋੜਾ ਉਰਦੂ ਦੇ ਵਿੱਚ ਭਾਈ ਹੋਰਾਂ ਦੀ ਜਿਹੜਾ ਨਾ ਉਹ ਗੱਲ ਦੱਸਾਂਗਾ। दोस्तों ये जो लहसन है इसके बारे में इन्होंने जो टोटल इंट्रोड्यूस कराया, समझाया, वो बिल्कुल जो है ना 100 में से आप कह सकते हैं कि 95% गलत था। 5% कुछ बातें ठीक थी, लेकिन उनको बयान करने का उनका रंग जो है वो नहीं था ठीक। अब इन्होंने बोला है कि आप लगाएंगे तो 2-3 साल आप पैसा कमाएंगे, लेकिन उसके बाद जो है आपका सीड जो है लाखों रुपया नुकसान आएगा। अगर भाई आप 30 लाख लगा के तो 1 साल 2 करोड़ रुपया 1 एकड़ से कमा सकते हैं। अभी रेट 40-50 लाख का 1 एकड़ का सीड है, 2-2.5 करोड़ आप कमा लेते हैं। वो कमाने के बाद आप एक एकड़ से आगे 3-4 एकड़ या 10 एकड़ का सीड रखें, ठीक है, आपका तो सीड घर का हो जाएगा। फिर बाद में बेशक वो 200-300 रुपये किलो बिके, आपका तो घर का सीड है, कमाई आपने कर ली है, आपको कैसे नुकसान हो सकता है? इसका रेट है दरम से नीचे नहीं गिर सकता, क्योंकि ये अचानक तो नहीं इसकी पैदावार बढ़ जानी। पैदावार तो स्टेप बाय स्टेप इसकी आगे जानी है। 3000 से 4-5 लाख एकड़ तक जाते, इसे 3 से 4-5 साल का टाइम दरकार है। उसके दौरान जिसने पहले साल लेके लगाया, अगले साल रेट कम हो गया, फर्ज करे आपने 40 से 50 लाख का 1 एकड़ लगा लिया, ठीक है, सीड लेके आपको वो 15 मन खुशक सीड मिल गया या 12 मन या 10 मन आपने लगाया और आपको 40-50 लाख का मिला। ये बात कर रहा हूँ सबसे लोएस्ट लेवल की, सबसे निचले दर्जे की, कि अगर आपको वाकया ही इसमें नुकसान होता है तो कैसे हो सकता है। आपका रेट आपने 50 लाख इन्वेस्टमेंट किया 1 एकड़ पे, अगले साल रेट 300 रुपये किलो पे आ गया, मंडियों में बिकना शुरू हो गया। मंडी में अगर आप बेचते हैं तो इस एकड़ की पैदावार जो है वो 1 एकड़ की 400 मन है, ठीक है, खुशक हो के 150 मन रह गया। 150 मन को आप ज़रा 300 से ज़रब दें, आपका 18 लाख रुपया बनेगा 1 एकड़ की पैदावार। अब आपको नुकसान हो रहा है, आप उसे उस साल ना बेचें, आप 1 एकड़ का सीड आगे 10 एकड़ में लगाएं। 10 एकड़ को अब आप जब 18 लाख से मल्टीप्लाई करेंगे, अगले साल 300 रेट तो नहीं रहना, डॉलर ऊपर बढ़ना है, मुल्क दिन ब दिन महंगाई की तरफ जा रहा है, उसका आप 400-300 ही रखें, बढ़ाएं ना। अब आप 18 लाख को दोबारा मल्टीप्लाई जब 10 से करेंगे 1 करोड़ 80 लाख रुपया बनेगा 2 साल में, ठीक है, बल्कि 2 साल भी नहीं पूरे होंगे, मेरा ख्याल है आपके 16 या 17 मंथ होंगे, ठीक है, तकरीबन आप 400-500 दिन बाद आपने 40 लाख इन्वेस्टमेंट की और 1 करोड़ 80 लाख रुपया आपने कमा लिया। ये लोएस्ट लेवल की बात है, लोएस्ट दर्जे का हिसाब है, सबसे निचले दर्जे का, निचली सतह का, रेडियो पे जलील होने वाला और मंडियों में जलील होने वाला हिसाब मैंने बताया कि अगर आप 50 लाख या 40 लाख लगा के मंडी में आ गया और 2 साल बाद सेल करते हैं तो फिर भी आप इसे 1 करोड़ 80 लाख रुपया कम अज कम कमा सकते हैं। लेकिन अगर इसका रेट ऊपर है फिर 40-50 लाख लगा के पहले साल ही 2 से 2.5 करोड़ और अगले साल 2-3 एकड़ का आपका सीड भी बचेगा, ठीक है, और उसमें से 2-2.5 ना कमाएं, 50 लगा के 1 करोड़ कमाएं, 1 करोड़ अपना सीड घर का रखें, 1 एकड़ से 4 एकड़ पे जाएं, अगले साल उसको बढ़ाते जाएं। अगर एकड़ नहीं लगा सकते, एक मरला लगाएं, एक कनाल लगाएं। और इस तरह के जो भाई हैं उनको जवाब देना इसलिए ज़रूरी है कि इस तरह के उठें, वो अवाम को बताएं कि ये स्कैम है और समझाने की कोशिश करें, मुझे समझाएं ताकि मैं भी इससे बाज आ सकूं। और आप इसकी भी वीडियो देखिएगा और ये मुकम्मल भी वीडियो देखिएगा और ख़ुद फैसला करिएगा कि कौन सी बात जो है दुरुस्त है। वीडियो को शेयर लाजमी करिएगा ताकि किसी किसान का भला हो सके, किसी परदेसी भाई का भला हो सके, वो भी थोड़ा लगा सके, पाकिस्तान का भला हो सके। एक नेक्स्ट वीडियो में मिलेंगे।